ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਗੁਰੂ ਦਾ ਸਾਜਿਆ ਹੋਇਆ ਹੈ। ਖਾਲਸੇ ਦੀ ਜਿੱਤ ਵੀ ਗੁਰੂ ਦੀ ਜਿੱਤ ਹੁੰਦੀ ਹੈ। ਗੁਰੂ ਨੂੰ ਧੰਨ ਕਿਹਾ ਗਿਆ ਹੈ, ਗੁਰੂ ਨੂੰ ਵਾਹ ਕਿਹਾ ਗਿਆ ਹੈ। ਵਾਹਿਗੁਰੂ ਦਾ ਮਤਲਬ ਹੈ ਗੁਰੂ ਜੀ ਤੁਸੀਂ ਧੰਨ ਹੋ, ਤੁਹਾਡੇ ਤੋਂ ਸਦਕੇ ਹਾਂ, ਖਾਲਸਾ ਤੁਹਾਡਾ ਹੈ। ਖਾਲਸਾ ਗੁਰੂ ਦੀ ਫੌਜ ਹੁੰਦੀ ਹੈ। ਖਾਲਸਾ ਅਕਾਲ ਪੁਰਖ ਦੀ ਫੌਜ ਨਹੀਂ ਹੁੰਦੀ। ਅਕਾਲ ਪੁਰਖ ਨੂੰ ਕਿਸੇ ਫੌਜ ਦੀ ਲੋੜ ਨਹੀਂ ਹੈ। ਉਹ ਕੋਈ ਦੇਹਧਾਰੀ ਨਹੀਂ ਹੈ, ਉਹਦਾ ਕੋਈ ਕਿਲਾ ਨਹੀਂ ਹੈ ਜਿਹੜਾ ਕਿਸੇ ਮੁਲਕ ਨੇ ਬੰਬ ਮਾਰ ਕੇ ਉਡਾ ਦੇਣਾ ਅਤੇ ਅਕਾਲ ਪੁਰਖ ਨੂੰ ਉੱਥੋਂ ਗ੍ਰਿਫਤਾਰ ਕਰ ਲੈਣਾ। ਐਸੀ ਕੋਈ ਵੀ ਗੱਲ ਨਹੀਂ ਹੈ। ਸਾਰੀ ਦੁਨੀਆ ਹੀ ਅਕਾਲ ਪੁਰਖ ਦੇ ਥੱਲੇ ਹੈ। ਸਾਰੀ ਦੁਨੀਆ ਹੀ ਅਕਾਲ ਪੁਰਖ ਦੀ ਸਾਜੀ ਹੋਈ ਹੈ। ਸਾਰੀ ਦੁਨੀਆ ਉੱਤੇ ਅਕਾਲ ਪੁਰਖ ਦਾ ਹੁਕਮ ਚੱਲ ਰਿਹਾ ਹੈ ਅਤੇ ਉਸ ਨੂੰ ਕਿਸੇ ਦਾ ਡਰ ਹੀ ਨਹੀਂ ਹੈ। ਉਹ ਨਿਰਭਉ ਹੈ। ਜੋ ਨਿਰਭਉ ਹੈ ਉਸ ਨੂੰ ਕਿਸੇ ਫੌਜ ਦੀ ਲੋੜ ਨਹੀਂ। ਉਸ ਨੂੰ ਫੌਜਾਂ ਦੀ ਲੋੜ ਨਹੀਂ ਹੁੰਦੀ। ਜਿਹੜੀਆਂ ਫੌਜਾਂ ਹੁੰਦੀਆਂ ਹਨ ਇਹ ਗੁਰੂ ਦੀਆਂ ਫੌਜਾਂ ਸਨ। ਇਸ ਕਰਕੇ ਖਾਲਸਾ ਫੌਜ ਗੁਰੂ ਦੀ ਹੈ, ਅਕਾਲ ਪੁਰਖ ਦੀ ਨਹੀਂ। ਆਓ ਚੱਲਦੀ ਲੜੀ ਵਿੱਚ ਖੋਜ ਗੁਰਬਾਣੀ ਨੰਬਰ 11, ਇਸ 'ਤੇ ਇੱਕ ਪੰਕਤੀ ਦੇ ਵਿਚਾਰ ਕਰਦੇ ਹਾਂ। ਖੋਜ ਗੁਰਬਾਣੀ, ਇਸ ਦਾ ਮਤਲਬ ਗੁਰਬਾਣੀ ਦੀ ਖੋਜ ਕਰਨੀ ਸ਼ੁਰੂ ਕਰੋ। ਖੋਜ ਕਰਨ ਦਾ ਮਤਲਬ ਹੈ ਗੁਰਬਾਣੀ ਦੇ ਸਹੀ ਅਰਥਾਂ ਦੀ ਭਾਲ ਕਰਨੀ। ਸਹੀ ਅਰਥਾਂ ਦੀ ਭਾਲ ਕਰਨ ਦਾ ਮਤਲਬ ਹੈ ਗੁਰਬਾਣੀ ਦੇ ਸ਼ਬਦ ਜੋੜਾਂ ਵੱਲ ਧਿਆਨ ਦੇਣਾ। ਸ਼ਬਦ ਜੋੜਾਂ ਵੱਲ ਧਿਆਨ ਦੇਣ ਦਾ ਮਤਲਬ ਹੈ ਗੁਰਬਾਣੀ ਵਿਆਕਰਨ ਨੂੰ ਸਾਹਮਣੇ ਰੱਖ ਕੇ ਅਰਥ ਕਰਨੇ। ਗੁਰਬਾਣੀ ਵਿਆਕਰਨ ਦੀ ਸੋਝੀ ਹੋਣੀ। ਗੁਰਬਾਣੀ ਵਿਆਕਰਨ, ਪ੍ਰੋਫੈਸਰ ਸਾਹਿਬ ਸਿੰਘ ਨੇ ਇਹ ਬੁੱਕ ਲਿਖੀ ਹੈ ਗੁਰਬਾਣੀ ਵਿਆਕਰਨ। ਭਾਵੇਂ ਹੋਰ ਕਈ ਸੱਜਣਾਂ ਨੇ ਵੀ ਗੁਰਬਾਣੀ ਵਿਆਕਰਨ ਬਾਰੇ ਪੁਸਤਕਾਂ ਲਿਖੀਆਂ ਹਨ, ਪਰ ਸਭ ਤੋਂ ਜੋ ਪ੍ਰਸਿੱਧ ਰਚਨਾ ਹੈ ਉਹ ਪ੍ਰੋਫੈਸਰ ਸਾਹਿਬ ਸਿੰਘ ਦੀ ਰਚਨਾ ਹੈ ਗੁਰਬਾਣੀ ਵਿਆਕਰਨ। ਅਤੇ ਆਪਣੀ ਬਣਾਈ ਇਸ ਗੁਰਬਾਣੀ ਵਿਆਕਰਨ ਦੇ ਆਧਾਰ ਉੱਤੇ ਸਾਰੀ ਗੁਰਬਾਣੀ ਦੇ ਅਰਥ ਕੀਤੇ ਹਨ। ਇਹ ਗੁਰਬਾਣੀ ਵਿਆਕਰਨ ਕੋਈ ਬਾਹਰੋਂ ਨਹੀਂ ਬਣੀ, ਇਹ ਗੁਰਬਾਣੀ ਨੂੰ ਪੜ੍ਹ ਕੇ ਹੀ ਗੁਰਬਾਣੀ ਵਿੱਚੋਂ ਹੀ ਬਣਾਈ ਗਈ ਹੈ। ਗੁਰਬਾਣੀ ਵਿੱਚ ਵਰਤੇ ਗਏ ਜਿਹੜੇ ਅਸੂਲ ਹਨ, ਜਿਹੜੇ ਨਿਯਮ ਹਨ, ਉਹਨਾਂ ਦਾ ਸੰਗ੍ਰਹਿ ਕਰਕੇ ਹੀ ਗੁਰਬਾਣੀ ਵਿਆਕਰਨ ਬਣਾਈ ਗਈ ਹੈ। ਬਹੁਤ ਵੱਡਾ ਯੋਗਦਾਨ ਹੈ ਪ੍ਰੋਫੈਸਰ ਸਾਹਿਬ ਸਿੰਘ ਦਾ। ਉਹਨਾਂ ਟੀਕਾ ਜ਼ਰੂਰ ਪੜ੍ਹਨਾ ਚਾਹੀਦਾ ਗੁਰਬਾਣੀ ਦਾ, ਗੁਰਬਾਣੀ ਵਿਆਕਰਨ ਵੀ ਪੜ੍ਹਨੀ ਚਾਹੀਦੀ ਹੈ। ਆਓ ਖੋਜ ਗੁਰਬਾਣੀ ਨੰਬਰ 11 ਦੀ ਆਪਾਂ ਇੱਥੇ ਚਰਚਾ ਕਰਦੇ ਹਾਂ। ਇੱਥੇ ਆਪਾਂ ਕੋਸ਼ਿਸ਼ ਕਰਾਂਗੇ ਅਰਥ ਲੱਭਣ ਦੀ। ਵਿੱਚ ਬਾਣੀ ਅੰਮ੍ਰਿਤ ਸਾਰੇ, ਇਹਦਾ ਕੀ ਮਤਲਬ ਹੈ? ਵਿੱਚ ਬਾਣੀ ਅੰਮ੍ਰਿਤ ਸਾਰੇ। ਤੋ ਦਾਸ ਨੇ ਵੀ ਇਸ ਤਰ੍ਹਾਂ ਕਈ ਸੱਜਣਾਂ ਤੋਂ ਪੁੱਛ ਪੜਤਾਲ ਕੀਤੀ ਕਿ ਵਿੱਚ ਬਾਣੀ ਅੰਮ੍ਰਿਤ ਸਾਰੇ ਤੋਂ ਕੀ ਅਰਥ ਲੈਂਦੇ ਹੋ? ਤੋ ਦਾਸ ਨੂੰ ਉੱਤਰ ਇਹੀ ਮਿਲਦਾ ਰਿਹਾ ਕਿ ਲੱਗਦਾ ਹੈ ਕਿ ਬਾਣੀ ਵਿੱਚ ਸਾਰੇ ਅੰਮ੍ਰਿਤ ਹਨ। ਫਿਰ ਦਾਸ ਦਾ ਅਗਲਾ ਸਵਾਲ ਹੁੰਦਾ ਸੀ ਕਿ ਕੋਈ ਗਿਣਾ ਸਕਦੇ ਹੋ ਕਿੰਨੇ ਕੁ ਹਨ? ਤਾਂ ਉੱਤਰ ਮਿਲਦਾ ਸੀ ਕਿ ਕਦੀ ਗਿਣਤੀ ਤਾਂ ਕੀਤੀ ਨਹੀਂ ਕਿੰਨੇ ਕੁ ਹਨ, ਪਰ ਲੱਗਦਾ ਵੀ ਸਾਰੇ ਹਨ। ਤੋ ਇਸ ਤਰ੍ਹਾਂ ਆਮ ਸਮਝ ਵਿੱਚ ਇਹਦੇ ਅਰਥ ਚੱਲ ਰਹੇ ਹਨ, ਬਾਣੀ ਵਿੱਚ ਸਾਰੇ ਹੀ ਅੰਮ੍ਰਿਤ ਹਨ। ਅਤੇ ਕਈ ਵਾਰੀ ਐਸਾ ਵੀ ਹੁੰਦਾ ਕਿ ਗੁਰਬਾਣੀ ਦੀਆਂ ਤੁਕਾਂ ਜਿਹੜੀਆਂ ਉਹ ਸੋਚ ਸਮਝ ਕੇ ਲਿਖੀਆਂ ਵੀ ਨਹੀਂ ਜਾਂਦੀਆਂ, ਅਤੇ ਗੁਰਦੁਆਰਿਆਂ ਵਿੱਚ ਵੀ ਇਹ ਇਸੇ ਤਰ੍ਹਾਂ ਹੀ ਅੱਖਾਂ ਮੀਟੀ ਇਹ ਤੁਕਾਂ ਜਿਹੜੀਆਂ ਉਹ ਲਿਖ ਕੇ ਲਾ ਦਿੱਤੀਆਂ ਜਾਣ, ਕੰਧਾਂ ਉੱਤੇ ਲਾ ਦਿੱਤੀਆਂ ਜਾਂਦੀਆਂ ਹਨ। ਅਤੇ ਗੁਰਦੁਆਰਾ ਸਾਹਿਬ ਵਿੱਚ ਵੀ ਐਵੇਂ ਇਹ ਪੰਕਤੀ ਲਿਖੀ ਦੇਖੀ ਸੀ, ਉੱਥੇ ਤੱਤੇ ਨੂੰ ਔਂਕੜ ਹੈ ਹੀ ਨਹੀਂ ਸੀ। ਫਿਰ ਉਹਨਾਂ ਨੂੰ ਪੋਥੀ ਵਿੱਚੋਂ ਇਹ ਪੰਕਤੀ ਕੱਢ ਕੇ ਦਿਖਾਈ ਅਤੇ ਉਹਨਾਂ ਨੂੰ ਪਤਾ ਲੱਗਾ ਵੀ ਇੱਥੇ ਔਂਕੜ ਸੀ, ਪਰ ਇੱਥੇ ਲਿਖਣ ਵਾਲੇ ਨੇ ਹਟਾ ਦਿੱਤਾ। ਲਿਖਣ ਵਾਲੇ ਦੀ ਗਲਤੀ ਉਹਨਾਂ ਨੇ ਕਹਿ ਦਿੱਤਾ, ਲਿਖਣ ਵਾਲੇ ਦੀ ਮਿਸਟੇਕ ਹੋ ਗਈ। ਸੋ ਅਸੀਂ ਜਾਗਰੂਕ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸ਼ਬਦ ਜੋੜਾਂ ਪ੍ਰਤੀ ਅਸੀਂ ਜਾਗਰੂਕ ਨਹੀਂ। ਆਮ ਪਾਠਕ ਜਾਗਰੂਕ ਨਹੀਂ ਹੈ। ਆਮ ਪਾਠਕ ਨੂੰ ਇਹਨਾਂ ਸ਼ਬਦ ਜੋੜਾਂ ਦੇ ਨਾਲ ਕੋਈ ਸੰਬੰਧ ਨਹੀਂ ਲੱਗਦਾ ਵੀ ਇਹਨਾਂ ਨੂੰ ਧਿਆਨ 'ਚ ਰੱਖਣਾ ਹੈ ਜਾਂ ਨਹੀਂ ਰੱਖਣਾ ਹੈ। ਇਸ ਕਰਕੇ ਇਹ ਸਾਰਾ ਕੁਝ ਜਿਹੜਾ ਇਹ ਵਿਗੜ ਰਿਹਾ ਹੈ। ਸੋ
ਗੱਲ ਕਰਦੇ ਹਾਂ ਇਹ ਜਿਹੜਾ ਵਿੱਚ ਬਾਣੀ ਅੰਮ੍ਰਿਤ ਸਾਰੇ ਵਾਕੰਸ਼ ਹੈ, ਇਹ ਇੱਕ ਪੰਕਤੀ ਦਾ ਭਾਗ ਹੈ। ਉਹ ਪੰਕਤੀ ਹੈ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਇਹ ਪੰਕਤੀ ਹੈ। ਤੇ ਇਹਦੇ ਵਿੱਚੋਂ ਇਹ ਵਾਕੰਸ਼ ਲਿਆ, ਵਿੱਚ ਬਾਣੀ ਅੰਮ੍ਰਿਤ ਸਾਰੇ। ਇਹਦਾ ਅਰਥ ਕੀ ਬਣਦਾ? ਹੁਣ ਲੋਕਾਂ ਦੇ ਜੋ ਅਰਥ ਬਣਾਏ ਗਏ ਸਨ ਉਹ ਦਾਸ ਨੇ ਸਾਂਝੇ ਕਰ ਦਿੱਤੇ ਹਨ ਕਿ ਲੋਕ ਕਹਿੰਦੇ ਹਨ ਕਿ ਬਾਣੀ ਵਿੱਚ ਸਾਰੇ ਹੀ ਅੰਮ੍ਰਿਤ ਹਨ, ਪਰ ਗੁਰਬਾਣੀ ਨੂੰ ਧਿਆਨ ਨਾਲ ਪੜ੍ਹਿਆ ਪਤਾ ਲੱਗਦਾ ਹੈ ਅੰਮ੍ਰਿਤ ਕੇਵਲ ਇੱਕ ਹੈ। ਅੰਮ੍ਰਿਤ 2 ਨਹੀਂ, 3 ਨਹੀਂ, 4 ਨਹੀਂ, ਅੰਮ੍ਰਿਤ ਕੇਵਲ ਇੱਕ ਹੈ। ਇਹ ਬਾਣੀ ਪੜ੍ਹਿਆ ਪਤਾ ਲੱਗਦਾ ਹੈ। ਅੰਮ੍ਰਿਤ ਹਰੀ ਹਰੀ ਨਾਮ ਹੈ ਮੇਰੀ ਜ਼ਿੰਦੜੀਏ, ਅੰਮ੍ਰਿਤ ਗੁਰਮਤਿ ਪਾਏ ਰਾਮ। ਕਹਿੰਦੇ ਹਰੀ ਹਰੀ ਨਾਮ ਜਿਹੜਾ ਹੈ ਇਹੀ ਅੰਮ੍ਰਿਤ ਹੈ। ਫਿਰ ਹੋਰ ਜਗ੍ਹਾ ਵੀ ਲਿਖਿਆ ਹੋਇਆ, ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾ ਹੈ। ਇੱਕੋ ਹੀ ਅੰਮ੍ਰਿਤ ਹੈ, ਉਹ ਨਾਮ ਅੰਮ੍ਰਿਤ ਹੈ ਜੋ ਗੁਰਬਾਣੀ ਵਿੱਚ ਹੈ, ਕਿਉਂਕਿ ਨਾਮ ਦੀ ਚਰਚਾ ਹੈ। ਨਾਮ ਅੰਮ੍ਰਿਤ ਜਿਹੜਾ ਹੈ ਇਹੀ ਅੰਮ੍ਰਿਤ ਹੈ। ਜਿਹੜਾ ਖੰਡੇ ਬਾਟੇ ਦਾ ਉਹਨੂੰ ਅਸੀਂ ਪਾਹੁਲ ਆਖਦੇ ਹਾਂ, ਉਹ ਪਾਹੁਲ ਹੈ, ਅੰਮ੍ਰਿਤ ਨਹੀਂ ਹੈ। ਕਹਿੰਦੇ ਵੀ ਅੰਮ੍ਰਿਤ ਛਕਿਆ, ਆਮ ਤੌਰ 'ਤੇ ਲੋਕ ਕਹਿੰਦੇ ਨੇ ਅੰਮ੍ਰਿਤ ਛਕ ਲਿਆ, ਉਹ ਅੰਮ੍ਰਿਤ ਨਹੀਂ ਛਕ ਲਿਆ, ਉਹ ਪਾਹੁਲ ਲੈ ਲਈ ਹੈ। ਤੋ ਪਾਹੁਲ ਜਿਹੜੀ ਹੈ ਇਹ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਨਾਮ ਅੰਮ੍ਰਿਤ ਹੈ ਉਹਦੇ ਨਾਲ ਜੋੜਨ ਦਾ ਇੱਕ ਜ਼ਰੀਆ ਹੈ, ਉਹ ਪਾਹੁਲ ਹੈ। ਪਾਹੁਲ ਅੰਮ੍ਰਿਤ ਨਹੀਂ, ਪਾਹੁਲ ਜਿਹੜੀ ਹੈ ਉਹ ਇੱਕ ਜ਼ਰੀਆ, ਇੱਕ ਸਾਧਨ ਹੈ। ਗੁਰਬਾਣੀ ਵਿੱਚ ਨਾਮ ਅੰਮ੍ਰਿਤ ਨੂੰ ਖੋਜਣ ਦਾ, ਉਹਨਾਂ ਨਾਲ ਜੁੜਨ ਦਾ ਇੱਕ ਢੰਗ ਤਰੀਕਾ ਬਣਾਇਆ ਹੋਇਆ। ਸੋ ਪਿਆਰਿਓ, ਹੁਣ ਇੱਥੇ ਅੰਮ੍ਰਿਤ ਸ਼ਬਦ ਦੇ ਸ਼ਬਦ ਜੋੜਾਂ ਵੱਲ ਆਪਾਂ ਹੁਣ ਧਿਆਨ ਦੇਣਾ, ਕਿਉਂਕਿ ਆਪਾਂ ਖੋਜ ਗੁਰਬਾਣੀ ਦਾ ਇਹ ਕੰਮ ਕਰ ਰਹੇ ਹਾਂ। ਅਤੇ ਸ਼ਬਦ ਜੋੜਾਂ ਦੇ ਧਿਆਨ ਵਿੱਚ ਨਾ ਰੱਖਿਆ ਤਾਂ ਫਿਰ ਇਹ ਆਪਾਂ ਇਹ ਖੋਜ ਤੋਂ ਖੁੰਝ ਜਾਵਾਂਗੇ। ਉਹ ਅੰਮ੍ਰਿਤ ਸ਼ਬਦ ਜਿਹੜਾ ਹੈ ਇਹ ਤੱਤੇ ਨੌਕੜ ਹੈ, ਇਹ ਹੁੰਦਾ ਇੱਕ ਵਚਨ, ਇਹ ਇੱਕ ਵਚਨ ਸ਼ਬਦ ਹੈ, ਸਿੰਗੂਲਰ ਨੰਬਰ ਹੈ ਅੰਮ੍ਰਿਤ। ਤੇ ਜੇ ਇਹ ਤੱਤੇ ਨੂੰ ਔਂਕੜ ਨਾ ਹੋਵੇ ਤਾਂ ਫਿਰ ਇਹ ਸ਼ਬਦ ਬਣ ਜਾਂਦਾ ਪਲੂਰਲ, ਬਹੁ ਵਚਨ ਬਣ ਜਾਂਦਾ ਹੈ। ਹੁਣ ਜੇ ਤਾਂ ਤੱਤੇ ਨੂੰ ਔਂਕੜ ਇੱਥੇ ਨਾ ਹੁੰਦਾ ਫਿਰ ਤਾਂ ਲੋਕਾਂ ਦੀ ਗੱਲ ਇਹ ਮੰਨੀ ਜਾਂਦੀ ਵੀ ਬਾਣੀ ਵਿੱਚ ਸਾਰੇ ਹੀ ਅੰਮ੍ਰਿਤ ਹਨ। ਪਰ ਇਹ ਪੰਕਤੀ ਜਿਹੜੀ ਹੈ ਇਹ ਇਹਨਾਂ ਅਰਥਾਂ ਵਿੱਚ ਇੱਥੇ ਲਿਖੀ ਨਹੀਂ ਸੀ ਜਾਣੀ ਕਿ ਬਾਣੀ ਸਾਰੇ ਅੰਮ੍ਰਿਤ ਹਨ, ਕਿਉਂਕਿ ਬਾਣੀ 'ਚ ਅੰਮ੍ਰਿਤ ਇੱਕੋ ਹੀ ਹੈ। ਇਸ ਕਰਕੇ ਇਹ ਪੰਕਤੀ ਬਣਦੀ ਨਹੀਂ ਕਿ ਬਾਣੀ 'ਚ ਸਾਰੇ ਅੰਮ੍ਰਿਤ ਹਨ। ਇੱਦਾਂ ਪੰਕਤੀ ਲਿਖੀ ਵੀ ਨਹੀਂ ਜਾਣੀ ਸੀ ਕਿ ਬਾਣੀ 'ਚ ਸਾਰੇ ਅੰਮ੍ਰਿਤ ਹਨ, ਕਿਉਂਕਿ ਬਾਣੀ ਦਾ ਜਿਹੜਾ ਫਰਮਾਨ ਹੈ ਕਿ ਅੰਮ੍ਰਿਤ ਇੱਕੋ ਹੀ ਹੈ। ਸੋ ਜੇ ਅੰਮ੍ਰਿਤ ਸ਼ਬਦ ਇੱਕ ਵਚਨ ਹੈ, ਇੱਕ ਵਚਨ ਹੈ, ਇੱਕ ਨੂੰ ਪ੍ਰਗਟ ਕਰਦਾ ਹੈ, ਤੇ ਸਾਰੇ ਕੀ ਹੋਇਆ ਫਿਰ? ਹੁਣ ਗੱਲ ਸਾਰੇ ਸ਼ਬਦ ਦੀ ਹੈ ਕਿ ਸਾਰੇ ਸ਼ਬਦ ਜਿਹੜਾ ਇਹ ਕਿਹਨੂੰ ਰਿਪਰੈਜ਼ੈਂਟ ਕਰਦਾ, ਇਹ ਕਿਹਨੂੰ ਇਹਦਾ ਸੰਬੰਧ ਕੀ ਹੈ ਇਸ ਪੰਕਤੀ ਨਾਲ? ਫਿਰ ਕੀ ਇਹਦਾ ਸੰਬੰਧ ਅੰਮ੍ਰਿਤ ਨਾਲ ਹੈ? ਅੰਮ੍ਰਿਤ ਸ਼ਬਦ ਇੱਕ ਵਚਨ ਹੈ। ਸਾਰੇ ਸ਼ਬਦ ਦਾ ਅਰਥ ਇੱਥੇ ਆਲ ਨਹੀਂ ਹੋ ਸਕਦਾ, ਸਾਰੇ ਸ਼ਬਦ ਇੱਥੇ ਵਿਸ਼ੇਸ਼ਣ ਨਹੀਂ ਹੋ ਸਕਦਾ ਵੀ ਸਾਰੇ ਅੰਮ੍ਰਿਤ ਹਨ। ਕਿਉਂ? ਕਿਉਂਕਿ ਅੰਮ੍ਰਿਤ ਤੱਤੇ ਨੂੰ ਔਂਕੜ ਲੱਗਾ ਹੈ। ਉਹ ਕਹਿੰਦਾ ਨਹੀਂ, ਰੁਕ ਜਾ ਸੱਜਣਾ, ਅੰਮ੍ਰਿਤ ਇੱਕ ਹੈ। ਤੱਤੇ ਨੂੰ ਔਂਕੜ ਲੱਗਾ ਹੈ, ਮੇਰੇ ਵੱਲ ਦੇਖ, ਤੱਤੇ ਨੂੰ ਔਂਕੜ ਲੱਗਾ, ਅੰਮ੍ਰਿਤ ਇੱਕ ਹੈ। ਇਹ ਨਾ ਕਹਿ ਸਾਰੇ ਅੰਮ੍ਰਿਤ ਹਨ, ਅੰਮ੍ਰਿਤ ਇੱਕੋ ਹੀ ਹੈ। ਤੱਤੇ ਨੂੰ ਔਂਕੜ ਹੈ, ਅੰਮ੍ਰਿਤ ਇੱਕ ਹੈ। ਇਹ ਗੁਰਬਾਣੀ ਵਿਆਕਰਨ ਹੈ ਜਿਹਦੇ ਖੋਜੀ ਪ੍ਰੋਫੈਸਰ ਸਾਹਿਬ ਸਿੰਘ ਹਨ। ਉਹਨਾਂ ਤੋਂ ਬਿਨਾਂ ਲੋਕ ਇੱਕ ਇੱਕ ਪੰਕਤੀ ਦੇ ਕੋਈ 10 ਅਰਥ, ਕੋਈ 20 ਅਰਥ ਇੱਦਾਂ ਕਰਦਾ ਪਿਆ ਸੀ। ਪਰ ਸਾਹਿਬ ਸਿੰਘ ਨੇ ਟਿਕਾਣੇ 'ਤੇ ਲੈ ਆਂਦਾ ਕਿ ਅਰਥ ਜਿਹੜੇ ਆ ਉਹ ਟੂ ਦੀ ਪੁਆਇੰਟ ਇੱਕੋ ਹੀ ਬਣਨਗੇ, ਵੱਧ ਨਹੀਂ ਬਣ ਸਕਦੇ। ਰਲੇ ਮਿਲੇ ਤਾਂ ਇੱਕ ਦੋ ਹੋ ਸਕਦੇ ਆ, ਪਰ ਇਹ ਨਹੀਂ ਕਿ ਪੰਕਤੀ 20 ਅਰਥ ਕਰੀ ਜਾਓ, ਭਰਮਾਈ ਜਾਓ, ਲੋਕਾਂ ਨੂੰ ਚੱਕਰਾਂ 'ਚ ਪਾਈ ਜਾਓ। ਸੋ ਅੰਮ੍ਰਿਤ ਇੱਕ ਹੈ। ਸਾਰੇ ਸ਼ਬਦ ਕੀ ਹੋਇਆ? ਸਾਰੇ ਸ਼ਬਦ ਇੱਥੇ ਕਿਰਿਆ ਸ਼ਬਦ ਹੈ, ਵਰਬ ਹੈ। ਜਿੱਦਾਂ ਸਾਰ ਕਰਨੀ, ਕਿਸੇ ਦੀ ਸਾਰ ਲੈਣੀ, ਕਿਸੇ ਦਾ ਦੁੱਖ ਸੁੱਖ ਪੁੱਛਣਾ, ਸੰਭਾਲ ਕਰਨੀ, ਉਹਨੂੰ ਇੱਥੇ ਸਾਰੇ ਸ਼ਬਦ ਉਹ ਹੈ। ਰਾਰੇ ਦੀ ਸਿਆਰੀ ਜਿਹੜੀ ਹੈ ਇੱਥੇ ਲਾਮ ਵਿੱਚ ਤਬਦੀਲ ਕਰਕੇ ਵਰਤੀ ਹੋਈ ਹੈ। ਜਿੱਦਾਂ ਕਰੇ ਸ਼ਬਦ ਕਈ ਵਾਰੀ ਆਉਂਦਾ ਹੁੰਦਾ ਜਾਂ ਘਰੇ ਸ਼ਬਦ ਆਉਂਦਾ ਹੁੰਦਾ, ਤੋ ਉੱਥੇ ਸਿਆਰੀ ਦੀ ਉਹ ਲਾਮ ਵਰਤੀ ਗੁਰੂ ਗ੍ਰੰਥ ਸਾਹਿਬ 'ਚ ਮਿਲਦੀ ਹੈ। ਇਹਦਾ ਮਤਲਬ ਹੈ ਸਾਰ ਕਰਨੀ। ਤੋ ਸਾਰੇ ਸ਼ਬਦ ਦੀ ਵਰਤੋਂ ਆਪਾਂ ਦੇਖਦੇ ਹਾਂ ਅੱਗੇ, ਫਿਰ ਦੇ ਅਰਥ ਪੰਕਤੀ ਦੇਖਦੇ ਹਾਂ। ਤੋ ਸਾਰੇ ਦਾ ਮਤਲਬ ਸਾਰ ਰੱਖਣੀ, ਸਾਂਝ ਬਣਾਈ ਰੱਖਣੀ, ਇਹ ਕਿਰਿਆ
ਵਾਚੀ ਸ਼ਬਦ ਹੈ। ਹੁਣ ਇੱਕ ਪੰਕਤੀ ਦੇਖੋ, ਸਾਧਨ ਬਿਨਾਉ ਕਰੇ ਜੀਉ ਹਰਿ ਕੇ ਗੁਣ ਸਾਰੇ। ਇਹ ਪੰਨਾ 243 ਹੈ। ਹਰਿ ਕੇ ਗੁਣ ਸਾਰੇ, ਇੱਥੇ ਗੁਣ ਸ਼ਬਦ ਇਹ ਪਲੂਰਲ ਹੈ, ਫੇਰ ਵੀ ਸਾਰੇ ਸ਼ਬਦ ਇਹਦੇ ਨਾਲ ਨਹੀਂ ਜੁੜਨਾ। ਹਰਿ ਕੇ ਗੁਣ ਸਾਰੇ, ਸਾਰੇ ਦਾ ਮਤਲਬ ਹੈ ਸੰਭਾਲ ਕਰਦੀ ਹੈ, ਸੰਭਾਲਦੀ ਹੋਈ, ਗੁਣਾਂ ਨੂੰ ਯਾਦ ਕਰਦੀ ਹੋਈ। ਔਰਤ, ਸਾਧਨ ਇਸਤਰੀ, ਜੀਵ ਇਸਤਰੀ ਬੇਨਤੀ ਕਰਦੀ ਹੈ। ਇਹਦਾ ਅਰਥ ਇਹ ਹੈ ਗੁਣਾਂ ਦੀ ਸਾਰ ਰੱਖਦੀ ਹੋਈ, ਗੁਣਾਂ ਦੀ ਸੰਭਾਲ ਕਰਦੀ ਹੋਈ। ਇਸ ਤਰ੍ਹਾਂ ਇੱਕ ਪੰਕਤੀ ਪੰਨਾ 1013 ਉੱਪਰ ਵੀ ਹੈ। ਅੰਤਰਿ ਗਰਭ, ਗਰਭ ਸ਼ਬਦ ਵਿੱਚ ਇੱਥੇ ਪੱਬੇ ਨੂੰ ਸਿਆਰੀ ਨਹੀਂ ਸੀ, ਅੰਤਰਿ ਗਰਭ, ਸੋ ਹਟਾ ਦਿੱਤੀ ਹੈ। ਅੰਤਰ ਗਰਭ ਮਤਲਬ ਗਰਭ ਦੇ ਵਿੱਚ, ਗਰਭ ਦੇ ਅੰਦਰ। ਸੋ ਗਰਭ ਸ਼ਬਦ ਸੰਬੰਧਕ ਬਣ ਗਿਆ, ਸੰਬੰਧ ਕਾਰਕ ਬਣ ਗਿਆ, ਗਰਭ ਦੇ ਅੰਦਰ। ਉਰਦ ਲਿਵ ਲੱਗੀ, ਉਰਦ ਲਿਵ ਲੱਗੀ ਦਾ ਮਤਲਬ ਲਿਵ ਲੱਗੀ ਹੋਈ ਸੀ ਕਿਸ ਅਵਸਥਾ ਵਿੱਚ? ਉਰਦ ਅਵਸਥਾ ਵਿੱਚ। ਉਰਦ ਅਵਸਥਾ ਹੁੰਦੀ ਹੈ ਜਦੋਂ ਪੈਰ ਉਤਾਂਹ ਨੂੰ ਹੁੰਦੇ ਆ, ਸਿਰ ਹੇਠ ਨੂੰ ਹੁੰਦਾ, ਉਹਨੂੰ ਕਹਿੰਦੇ ਆ ਉਰਦ ਅਵਸਥਾ, ਉਰਦ ਆਸਣ। ਉਸ ਆਸਣ ਵਿੱਚ ਲਿਵ ਲੱਗੀ ਹੋਈ ਸੀ, ਕਿੱਥੇ? ਗਰਭ ਦੇ ਅੰਦਰ। ਤਾਂ ਫਿਰ ਜਿਹੜਾ ਗਰਭ ਦੇ ਵਿੱਚ ਉਹ ਪਲ ਰਿਹਾ ਜੀਵ ਸੀ, ਉਹਨੂੰ ਸੰਭਾਲਦਾ ਕੌਣ ਸੀ? ਸੋ ਪ੍ਰਭ ਸਾਰੇ ਦਾਤਿ ਕਰੇ, ਸੋ ਪ੍ਰਭ ਸਾਰੇ ਦਾਤਿ ਕਰੇ। ਉਸ ਜੀਵ ਨੂੰ ਮਾਤਾ ਵੀ ਨਹੀਂ ਦੇਖ ਸਕਦੀ, ਉਸ ਜੀਵ ਨੂੰ ਅੰਦਰ ਪਿਤਾ ਵੀ ਨਹੀਂ ਦੇਖ ਸਕਦਾ, ਉਹਦੀ ਸੰਭਾਲ ਕੌਣ ਕਰ ਰਿਹਾ? ਸੋ ਪ੍ਰਭ ਸਾਰੇ ਦਾਤਿ ਕਰੇ। ਦਾਤਿ ਕਰੇ ਮੈਨੇ ਬਖਸ਼ਿਸ਼ ਕਰਕੇ। ਪ੍ਰਭੂ ਪਾਤਸ਼ਾਹ ਜਿਹੜਾ ਉਹ ਸਾਰੇ ਦਾ ਮਤਲਬ ਉਹਦੀ ਸਾਰ ਕਰ ਰਿਹਾ ਹੈ, ਉਹਦੀ ਸੰਭਾਲ ਕਰ ਰਿਹਾ ਹੈ। ਤੇ ਗਰਭ ਦੇ ਵਿੱਚ ਹੀ ਅਰਦਾਸ ਹੋਣੀ ਸ਼ੁਰੂ ਹੋ ਗਈ ਸੀ, ਲਿਵ ਲੱਗਣੀ ਸ਼ੁਰੂ ਹੋ ਗਈ ਸੀ। ਇੱਥੇ ਇਹ ਪੰਕਤੀ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਲਿਵ ਲੱਗ ਗਈ। ਉੱਥੇ ਜੀਵ ਦੀ ਲਿਵ ਲੱਗੀ ਹੋਈ ਹੁੰਦੀ ਹੈ, ਕਿਉਂਕਿ ਮੋਹ ਮਾਇਆ ਮਮਤਾ ਉੱਥੇ ਕੁਛ ਨਹੀਂ ਹੁੰਦਾ। ਸੋ ਪ੍ਰਭ ਸਾਰੇ ਦਾਤਿ ਕਰੇ। ਤੋ ਦੋਹਾਂ ਪੰਕਤੀਆਂ ਵਿੱਚ ਸਾਰੇ ਦਾ ਮਤਲਬ ਵਿਸ਼ੇਸ਼ਣ ਤੌਰ ਤੇ ਔਲ ਨਹੀਂ ਆਇਆ, ਸੰਭਾਲ ਕਰਨੀ ਆਇਆ, ਸਾਰ ਕਰਨੀ ਆਇਆ, ਜਾਣ ਪਛਾਣ ਰੱਖਣੀ ਇਹਦਾ ਮਤਲਬ ਆਇਆ। ਤੋ ਹੁਣ ਪੰਕਤੀ ਦਾ ਅਰਥ ਕੀ ਬਣ ਗਿਆ? ਬਾਣੀ ਗੁਰੂ, ਗੁਰੂ ਹੈ ਬਾਣੀ, ਬਾਣੀ ਗੁਰੂ ਹੈ ਤੇ ਗੁਰੂ ਹੈ ਬਾਣੀ। ਇਹਦਾ ਮਤਲਬ ਜ਼ੋਰ ਦਿੱਤਾ ਹੈ ਕਿ ਬਾਣੀ ਤੋਂ ਬਿਨਾਂ ਹੋਰ ਕੋਈ ਗੁਰੂ ਨਹੀਂ ਹੈ। ਹੋਰ ਕੋਈ ਗੁਰੂ ਨਾ ਸਮਝੋ। ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਉਹ ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਉਸ ਦੇ ਬਾਰੇ ਗੱਲ ਬਾਤ ਹੈ। ਕਿਉਂਕਿ ਬਾਣੀ ਉਹੀ ਹੈ ਜੋ ਗੁਰੂ ਗ੍ਰੰਥ ਸਾਹਿਬ ਦਰਜ ਹੈ, ਜੋ 10ਵੇਂ ਪਾਤਸ਼ਾਹ ਨੇ ਪ੍ਰਵਾਨ ਕਰਕੇ ਦਮਦਮੀ ਬੀੜ ਬਣਾ ਦਿੱਤੀ ਸੀ ਆਖਰੀ ਤੌਰ ਤੇ। ਬਾਣੀ ਉਹੀ ਹੈ। ਉਸ ਤੋਂ ਬਾਅਦ ਜੋ ਵੀ ਰਚਨਾ ਹੈ ਕੱਚੀ ਹੈ, ਤੇ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ। ਤੇ ਭਾਵੇਂ ਲੋਕ ਪੜ੍ਹੀ ਜਾਂਦੇ ਨੇ ਰਚਨਾਵਾਂ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਦੀਆਂ ਵੀ, ਭਾਵੇਂ ਨਿਤਨੇਮ ਵਿੱਚ ਹੀ ਪੜ੍ਹੀ ਜਾ ਰਹੇ ਹਾਂ, ਪਰ ਉਹ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਬਰਾਬਰ ਨਹੀਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੀ ਬਾਣੀ ਹੈ। ਇਸ ਤੋਂ ਬਾਹਰ ਕੋਈ ਰਚਨਾ ਬਾਣੀ ਨਹੀਂ ਹੈ। ਉਸ ਨੂੰ ਬਾਣੀ ਦਾ ਦਰਜਾ ਮਿਲ ਨਹੀਂ ਸਕਦਾ, ਕਿਉਂਕਿ 10ਵੇਂ ਪਾਤਸ਼ਾਹ ਦੇ ਹੱਥਾਂ ਵਿੱਚੋਂ ਉਹ ਨਹੀਂ ਨਿਕਲੀ, 10ਵੇਂ ਪਾਤਸ਼ਾਹ ਦੇ ਉਹ ਖਿਆਲਾਂ ਵਿੱਚੋਂ ਨਹੀਂ ਨਿਕਲੀ। 10ਵੇਂ ਪਾਤਸ਼ਾਹ ਨੇ ਜੋ ਦਮਦਮੀ ਬੀੜ ਆਪਣੇ ਹੱਥੀਂ ਤਿਆਰ ਕਰਵਾਈ ਹੈ, ਉਹਦੇ ਵਿੱਚ ਜੋ ਰਚਨਾਵਾਂ ਦਰਜ ਹੋਈਆਂ ਉਹੀ ਪ੍ਰਵਾਨਿਤ ਹਨ, ਉਹੀ ਗੁਰੂ ਕੀ ਬਾਣੀ ਹੈ, ਉਹੀ ਅਸਲੀ ਬਾਣੀ ਹੈ। ਉਸ ਤੋਂ ਬਾਅਦ ਕੋਈ ਵੀ ਰਚਨਾ ਭਾਵੇਂ ਨਾਨਕ ਨਾਂ ਦੇ ਥੱਲੇ ਮਿਲਦੀ ਹੈ ਜਾਂ ਹੋਰ ਵੀ ਪਾਤਸ਼ਾਹੀ ਦੇ ਨਾਂ ਦੇ ਥੱਲੇ ਮਿਲਦੀਆਂ ਹਨ, ਉਹਨਾਂ ਵਿੱਚ ਕੋਈ ਵੀ ਰਚਨਾ ਬਾਣੀ ਦਾ ਦਰਜਾ ਨਹੀਂ ਰੱਖਦੀ। ਖੈਰ, ਗੁਰੂ ਬਾਣੀ ਹੈ, ਵਿੱਚ ਬਾਣੀ ਅੰਮ੍ਰਿਤ, ਬਾਣੀ ਵਿੱਚ ਅੰਮ੍ਰਿਤ ਹੈ। ਕਿਹੜਾ ਅੰਮ੍ਰਿਤ ਹੈ? ਉਹ ਨਾਮ ਰੂਪੀ ਅੰਮ੍ਰਿਤ ਹੈ। ਸਾਰੇ ਇੱਦਾਂ ਪੜ੍ਹਨਾ ਇਹਨੂੰ, ਵਿੱਚ ਬਾਣੀ ਅੰਮ੍ਰਿਤ ਸਾਰੇ। ਇੱਥੇ ਰੁਕਣਾ ਹੈ ਅੰਮ੍ਰਿਤ ਸ਼ਬਦ, ਕਿਉਂਕਿ ਤੱਤੇ ਨੌਕੜ ਪਾਇਆ ਹੋਇਆ। ਇਹ ਕਹਿੰਦਾ ਰੁਕ ਜਾ, ਵਿੱਚ ਬਾਣੀ ਅੰਮ੍ਰਿਤ ਸਾਰੇ, ਇਹਨੂੰ ਤਾਂ ਪੜ੍ਹਨਾ। ਸਾਰੇ ਮਤਲਬ ਸਾਰ ਕਰਦਾ ਹੈ ਕੌਣ? ਜਿਹੜਾ ਵੀ ਜੀਵ ਇਸ ਬਾਣੀ ਨੂੰ ਪੜ੍ਹਦਾ ਹੈ, ਸੁਣਦਾ ਹੈ, ਵਿਚਾਰਦਾ ਹੈ, ਉਹ ਇਸ ਬਾਣੀ ਵਿੱਚ ਜੋ ਅੰਮ੍ਰਿਤ ਪਿਆ ਹੈ, ਨਾਮ ਰੂਪੀ ਅੰਮ੍ਰਿਤ ਪਿਆ ਹੈ, ਉਸ ਨਾਲ ਆਪਣੀ ਸਾਂਝ ਬਣਾਈ ਰੱਖਦਾ ਹੈ, ਉਸ ਦੀ ਸਾਰ ਲਈ ਰੱਖਦਾ ਹੈ, ਉਸ ਨਾਲ ਆਪਣਾ ਰਿਸ਼ਤਾ ਜੋੜੀ ਰੱਖਦਾ ਹੈ। ਇਹਦਾ ਅਰਥ ਇਹ ਬਣਦਾ ਹੈ, ਉਸ ਨਾਮ ਅੰਮ੍ਰਿਤ ਨੂੰ ਮਨ ਵਿੱਚ ਸੰਭਾਲੀ ਰੱਖਦਾ ਹੈ। ਇਹਦਾ ਅਰਥ ਇਹ ਹੈ। ਤੋ ਪਿਆਰਿਓ,
ਖੋਜ ਗੁਰਬਾਣੀ ਦਾ ਇਹ ਟੌਪਿਕ ਜਿਹੜਾ ਹੈ ਕਿਵੇਂ ਆਪ ਜੀ ਨੂੰ ਲੱਗਦਾ ਹੈ YouTube ਤੇ ਇਹ ਜਿਹੜੇ ਯੂਨਿਟ ਹੈ ਉਹ ਚੜ੍ਹ ਜਾਣਗੇ? ਜ਼ਰੂਰ ਦੱਸਿਓ ਵੀ ਇਹ ਕਿਵੇਂ ਲੱਗਾ। ਇਹ ਜਿਹੜੀ ਵਿਚਾਰ ਹੈ ਗੁਰਬਾਣੀ ਦੇ ਆਧਾਰ ਦੇ ਉੱਤੇ, ਗੁਰਬਾਣੀ ਵਿਆਕਰਨ ਦੇ ਆਧਾਰ ਉੱਤੇ ਸ਼ਬਦਾਂ ਦੀ ਵਿਚਾਰ ਜਿਹੜੀ ਇਹ ਕਿਵੇਂ ਲੱਗੀ ਹੈ। ਤੋ ਇਸ ਤਰ੍ਹਾਂ ਇਹ ਜਿਹੜੀ ਯੂਨਿਟ ਹੈ ਖੋਜ ਗੁਰਬਾਣੀ ਨੰਬਰ 11, ਇਹਦੀ ਇੱਥੇ ਸਮਾਪਤੀ ਹੁੰਦੀ ਹੈ। ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।